हाँ जी। 2024 10-20 ਇਸ ਤੋਂ ਪਹਿਲਾਂ ਇਹ ਵਿਚਾਰ ਅੱਜ ਆਪਾਂ 2 ਵਾਰ ਹੋ ਚੁੱਕੀ ਹੈ ਹੁਕਮਨਾਮਿਆਂ ਉੱਤੇ। ਅੱਜ ਇੱਕ ਵਾਰ ਕੀਤੀ, ਇੱਕ ਵਾਰੀ ਪਹਿਲਾਂ ਕੀਤੀ ਸੀ। ਹੁਣ ਜਿਹੜੇ ਵਿਚਾਰ ਆਪਾਂ ਕਰਨ ਲੱਗੇ ਹਾਂ ਕਿ ਇਹ ਜੋ ਹੁਕਮਨਾਮੇ ਹਨ, ਇਹਨਾਂ ਵਿੱਚ ਆਪਾਂ ਸ਼ਬਦ ਦੇਖਾਂਗੇ। ਇਕੱਲਾ ਸ਼ਬਦ ਦੇਖਾਂਗੇ ਤਾਂ ਇਹਨਾਂ ਵਿੱਚ ਇੱਕ ਸ਼ਬਦ ਹੈ ਭਾਈ। ਬਹੁਤ ਵਾਰ ਆਇਆ ਹੈ। ਸਿੱਖਾਂ ਦੇ ਨਾਮ ਆਏ ਹਨ। ਫਿਰ ਇਹਨਾਂ ਵਿੱਚ ਜੋ ਸੀ ਕਿ ਆਪਾਂ ਪਹਿਲਾਂ ਸ਼ਬਦਾਂ ਦੀ ਵਰਤਨੀ ਦੇਖਾਂਗੇ, ਜਿਸ ਨੂੰ ਆਪਾਂ ਆਖਦੇ ਹਾਂ ਸਪੈਲਿੰਗ। ਜਿਹੜੇ ਸਪੈਲਿੰਗ ਹਨ, ਜਿਹੜੀਆਂ ਲਗ ਮਾਤਰਾ ਹਨ, ਜਿਹੜੀ ਵਰਤਨੀ ਹੈ, ਉਹ ਇਹਦੇ ਵਿੱਚ ਦਾਸ ਨੂੰ ਕੁਝ ਲੋੜੀ ਦੀ ਲੱਗੀ ਜੋ ਮੈਂ ਸਮਝਣਾ ਸੀ। ਤੇ ਫਿਰ ਕੁਝ ਸ਼ਬਦ ਦਾਸ ਨੇ ਖੱਬੇ ਸੱਜੇ ਜਿਹੜੇ ਬੜੇ ਮਹੱਤਵਪੂਰਨ ਸਨ, ਇਹਦੇ ਵਿੱਚ ਮੈਂ ਲਿਖੇ ਹੋਏ ਹਨ। ਸ਼ਬਦ ਘੱਟ ਲਿਖੇ ਹਨ ਤੇ ਮੇਰਾ ਜਿਹੜਾ ਜ਼ਿਆਦਾ ਸੀ ਮਨ ਵਿੱਚ ਸ਼ਬਦਾਂ ਦੇ ਨਾਲ, ਉਹ ਸੀ ਇਹਦੇ ਉੱਤੇ ਕੱਲੇ ਗੁਰਮੁਖੀ ਦੇ ਚਿੰਨ੍ਹ ਉੱਤੇ। ਤੇ ਸ਼ਬਦਾਂ ਵਿੱਚ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਜਿਵੇਂ ਦਾਸ ਨੇ ਖੱਬੇ ਪਾਸੇ ਲਿਖਿਆ ਸਾਮ ਦਾਸੂ ਲਿਖਿਆ ਹੋਇਆ ਹੈ, ਸਾਮ ਦਾਸੂ। ਉਸ ਤੋਂ ਬਾਅਦ ਅਗਲਾ ਸ਼ਬਦ ਆਪਾਂ ਵੇਖਣਾ ਹੈ। ਆ ਸ਼ਬਦ ਹੈ ਜਿਵੇਂ ਹਰੀ, ਹਰੀ ਲਿਖਿਆ ਹੋਇਆ ਹੈ, ਹਰ ਨਹੀਂ ਹੈ। ਔਰ ਇਹੋ ਹਰੀ ਸ਼ਬਦ ਗੁਰਬਾਣੀ ਚ 9287 ਵਾਰ ਅੰਦਾਜ਼ਾ ਆਇਆ ਹੈ। ਉਸ ਤੋਂ ਬਾਅਦ ਆਪਾਂ ਇੱਥੇ ਦੇਖ ਸਕਦੇ ਹਾਂ ਹੋਰ ਕਿਹੜੇ ਹਨ। ਸੱਜੇ ਪਾਸੇ ਇੱਕ ਸ਼ਬਦ ਹੈ ਜੀਵਨ ਨੂੰ ਮੈਂ ਪਾਇਆ ਹੋਇਆ। ਤਾਂ ਆ ਇੱਕ ਨਾਮ ਹੈ ਗੁਰਸਿੱਖ ਦਾ, ਭਾਈ ਜਗ ਜੀਵਨ ਨੂੰ। ਤੁਸੀਂ ਦੇਖੋਗੇ ਨੂੰ ਜੋ ਊ ਦਾ ਸੁਰ ਚਿੰਨ੍ਹ ਹੈ ਉਹ ਲੱਗਾ ਹੋਇਆ ਹੈ। ਤੇ ਉਸ ਤੋਂ ਬਾਅਦ ਆਪਾਂ ਦੇਖਾਂਗੇ ਇੱਥੇ ਸ਼ਬਦ ਇੱਕ ਮੈਂ ਲਿਖਿਆ ਹੋਇਆ ਹੈ ਜਗਦੇਸੂ। ਇਹਦੇ ਵਿੱਚ ਜਗਦੇਸੂ, ਇਹ ਵੀ ਗੁਰਬਾਣੀ ਵਿਆਕਰਨ ਵਾਲਾ ਹੈ। ਆ ਇੱਥੇ ਦੇਖੋ ਇੱਕ ਸ਼ਬਦ ਭਾਈ ਚੇਤੂ, ਚੇਤੂ ਨਾਮ ਹੈ, ਦੀਰਘ ਨਹੀਂ ਹੈ, ਲਘੂ ਹੈ, ਚੇਤੂ। ਤਾਂ ਅੱਗੇ ਹੋਰ ਇੱਥੇ ਨਾਮ ਆਪਾਂ ਲੈਂਦੇ, ਇੱਕ ਸ਼ਬਦ ਹੈ ਸੁੰਦਰੂ, ਸੁੰਦਰੂ, ਲਘੂ ਊ ਸੁਰ ਇੱਥੇ ਲੱਗਾ ਹੋਇਆ ਹੈ, ਸੁੰਦਰੂ। ਇੱਕ ਸ਼ਬਦ ਜਿਹੜੇ ਇਹ ਸ਼ਬਦ ਹਨ ਜਿੱਥੋਂ ਇਹ ਪਤਾ ਹੀ ਲੱਗਦਾ ਪਿਆ ਹੈ। ਦੇਖੋ ਇੱਕ ਵਿਗਿਆਨਕ ਵਿਧੀ ਨਾਲ ਜਿਹੜੀ ਇੱਕ ਨਵੀਂ ਚੀਜ਼ ਸਮਝੀ ਹੈ ਕਿ ਜਿਹੜਾ ਲਗ ਚਿੰਨ੍ਹ ਅੱਖਰ ਸ਼ਬਦ ਦੇ ਵਿੱਚ ਹੋਵੇ, ਲਿਪੀ ਵਿੱਚ ਹੋਵੇ, ਵਾਕ ਵਿੱਚ ਹੋਵੇ, ਉਸ ਨੂੰ ਕਿਸੇ ਵੀ ਰੂਪ ਵਿੱਚ, ਕਿਸੇ ਵੀ ਕੀਮਤ ਉੱਤੇ ਉਚਾਰਨ ਵਿੱਚੋਂ ਛੱਡਿਆ ਨਹੀਂ ਜਾਂਦਾ ਔਰ ਨਾ ਹੀ ਜਾਣਾ ਚਾਹੀਦਾ ਹੈ। ਬਹੁਤ ਮਹੱਤਵਪੂਰਨ ਹਨ। ਤੇ ਇਹ ਇਹਨਾਂ ਦੇ ਵਿੱਚ ਵੀ ਉਸ ਕਾਲ ਦੀ ਬੋਲੀ ਵਿੱਚ ਹੋਵੇਗਾ, ਕਿਉਂਕਿ ਜਿਹੜੀ ਚੀਜ਼ ਬੋਲੀ ਵਿੱਚ ਹੈ ਉਹ ਹੀ ਲਿਪੀ ਵਿੱਚ ਆ ਸਕਦੀ ਹੈ। ਇਹ ਤੇ ਹੋ ਸਕਦਾ ਹੈ ਕਿ ਬੋਲਣ ਵਿੱਚ ਜ਼ਿਆਦਾ ਬੋਲਿਆ ਜਾਵੇ, ਪਰ ਲਿਖਣ ਵਾਲਾ ਉਹ ਕਦੇ-ਕਦੇ ਸੰਖੇਪ ਲਿਖ ਦਿੰਦਾ ਹੈ। ਪਰ ਇਹ ਨਹੀਂ ਹੋ ਸਕਦਾ ਕਿ ਉਹ ਬੋਲਣ ਵਾਲਾ ਲਿਖਤ ਵਿੱਚ ਵਾਧੂ ਵਾਦ ਘਾਟ ਕਰ ਦੇਵੇ। ਇਹ ਸੁੰਦਰ ਇੱਕ ਸ਼ਬਦ ਆਪ ਜੀ ਨੇ ਲਿਖ ਲੈਣਾ ਹੁਣੇ, ਇਹ ਕਿਸਨ ਹੈ, ਕਿਸਨ। ਕਿਉਂਕਿ ਮੈਂ ਪਿੱਛੇ ਵੀ ਪੜ੍ਹਿਆ ਹੈ ਖਿਮਾ ਕਰਨਾ, ਪੜ੍ਹਿਆ ਨਹੀਂ, ਦੇਖਿਆ। ਮੇਰੇ ਖਿਆਲ 'ਚ ਮੈਂ ਕੋਈ 50-60 ਪ੍ਰਾਚੀਨ ਪੋਥੀਆਂ ਵਿੱਚ, ਹੱਥ ਲਿਖਤਾਂ ਵਿੱਚ ਦੇਖਿਆ ਹੈ ਕਿ ਗੁਰੂ ਹਰਿ ਕ੍ਰਿਸ਼ਨ ਜੀ ਦਾ ਨਾਮ ਕ੍ਰਿਸ਼ਨ ਨਹੀਂ ਹੈ, ਹਰੀ ਕ੍ਰਿਸ਼ਨ ਸ਼ ਨਹੀਂ ਹੈ,
ਤੇ ਨਾ ਹੀ ਥੱਲੇ ਪੈਰਾਂ ਵਾਲਾ ਰ ਹੈ, ਕਿਸਨ ਹੈ। ਹੁਣ ਆਪਾਂ ਇਹ ਦੇਖਣਾ ਹੈ ਕਿ ਬਾਕੀ ਹੁਕਮਨਾਮਿਆਂ ਵਿੱਚ ਕਿਸਨ ਸ਼ਬਦ ਕਿ ਕਿਧਰੇ ਕ੍ਰਿਸ਼ਨ ਵੀ ਆਇਆ। ਤੋ ਇਹਦੇ ਨਾਲ ਮੈਂ ਆਪਣੀ ਫਿਰ ਦੱਸਾਂਗਾ ਵੀ ਇਹਨਾਂ ਦਾ ਆਪਾਂ ਨੂੰ ਲਾਭ ਕੀ ਹੈ। ਲਾਭ ਇਹ ਹੈ, ਆਪ ਜੀ ਥੋੜਾ ਚੇਤੇ ਰੱਖਣਾ, ਮੈਂ ਵੀ ਯਤਨ ਕਰਾਂਗਾ, ਸਿੱਖ ਰਿਹਾ ਰੋਜ਼, ਕਿ ਜੋ ਗੁਰੂ ਕਾਲ ਸੀ, ਇਹ ਜੋ ਸ਼ਬਦ ਆਪਾਂ ਦੇਖ ਰਹੇ ਹਾਂ ਨਾ, ਇਹ ਸ਼ਬਦ ਆਪਾਂ ਨੂੰ ਇਹ ਦੱਸਦੇ ਹਨ ਕਿ ਜੋ ਪੰਜਾਬੀ ਬੋਲੀ ਹੈ, ਗੁਰੂ ਹਰਗੋਬਿੰਦ ਜੀ ਦੇ ਵੇਲੇ, ਗੁਰੂ ਤੇਗ ਬਹਾਦਰ ਜੀ ਦੇ ਵੇਲੇ, ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਵਿੱਚ ਕਿਸ ਰੂਪ ਦੀ ਪੰਜਾਬੀ ਸੀ। ਤਾਂ ਉਸ ਕਾਲ ਵਿੱਚ ਜਿਹੜੀ ਪੰਜਾਬੀ ਬੋਲੀ ਸੀ, ਉਹ ਬਿਲਕੁਲ ਉਸੇ ਤਰ੍ਹਾਂ ਦੀ ਸੀ ਜੋ ਗੁਰਬਾਣੀ ਹੈ। ਇਸ ਦਾ ਅਰਥ ਇਹ ਹੋਇਆ ਕਿ ਗੁਰਬਾਣੀ ਵਿੱਚ ਜੋ ਗੁਰੂ ਨਾਨਕ ਜੀ ਨੇ ਜਪ ਬਾਣੀ ਲਿਖੀ, ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਬਾਣੀ ਲਿਖੀ, ਗੁਰੂ ਅਮਰਦਾਸ ਜੀ ਨੇ ਆਨੰਦ ਬਾਣੀ ਦੀ ਰਚਨਾ ਕੀਤੀ, ਉਹ ਉਸ ਕਾਲ ਦੀ ਪੰਜਾਬ ਦੀ ਬੋਲੀ ਸੀ। ਇਹ ਤੇ ਹੋ ਸਕਦਾ ਕਿ ਕਈ ਵਾਰ ਜਿਹਨੂੰ ਆਪਾਂ ਕਹਿੰਦੇ ਆ ਕਿ ਲਿਖਤ ਵਾਲੀ ਬੋਲੀ ਥੋੜਾ ਸੁਧਾਰ ਕੇ ਵਧੀਆ ਕਰਕੇ ਆਪਾਂ ਬੋਲਦੇ ਵੀ ਹਾਂ ਤੇ ਲਿਖਦੇ ਵੀ ਹਾਂ, ਪਰ ਜਦੋਂ ਪਰਿਵਾਰ ਵਿੱਚ, ਸਮਾਜ ਵਿੱਚ ਗੱਲਬਾਤ ਕਰਦੇ ਹਾਂ, ਉਸ ਵੇਲੇ ਆਪਾਂ ਕੁਝ ਸ਼ਬਦਾਂ ਨੂੰ ਸੰਖੇਪ ਬੋਲ ਜਾਂਦੇ ਹਾਂ। ਇਹ ਤੇ ਹੁੰਦਾ ਹੈ, ਪਰ ਐਸਾ ਨਹੀਂ ਹੋਵੇਗਾ ਕਿ ਉਸ ਕਾਲ ਦੀ ਬੋਲੀ ਇਤਨੀ ਵੱਖਰੀ ਹੋਵੇ। ਔਰ ਇਹ ਦੱਸਦੀ ਹੈ ਕਿ ਉਸ ਕਾਲ ਵਿੱਚ ਕਿਸਨ ਸ਼ਬਦ ਸੀ ਗੁਰੂ ਹਰਗੋਬਿੰਦ ਜੀ ਦੇ ਵੇਲੇ, ਜਗ ਜੀਵਨ ਨੂੰ। ਤਾਂ ਇੱਥੋਂ ਸਾਨੂੰ ਸ਼ਬਦਾਂ ਤੋਂ ਇਹ ਪਤਾ ਲੱਗਦਾ ਹੈ ਕਿ ਉਸ ਕਾਲ ਵਿੱਚ ਬੋਲੀ ਦੀ ਜੋ ਸਾਡੇ ਸ਼ਬਦਾਂ ਦੇ ਰੂਪ ਸਨ, ਸ਼ਬਦਾਂ ਦੇ ਆਕਾਰ ਸਨ, ਸ਼ਬਦ ਸਨ, ਉਹ ਕੈਸੇ ਸਨ। ਤੇ ਉਸ ਤੋਂ ਅੱਗੇ ਆਪਾਂ ਇਹ ਇੱਕ ਵਾਚਨੀ ਸ਼ਬਦ, ਗੁਰਬਾਣੀ 'ਚ ਵਾਚਨੀ ਤਾਂ ਨਹੀਂ ਹੈ, ਪਰ ਵਾਚੈ, ਵਾਚੈ ਐਵੇਂ ਦੇ ਸ਼ਬਦ ਗੁਰਬਾਣੀ ਵਿੱਚ ਵੀ ਆਏ ਹਨ। ਉਸ ਤੋਂ ਅੱਗੇ ਇੱਕ ਹੋਰ ਤੁਸੀਂ ਦੇਖ ਲੈਣਾ, ਜਿਵੇਂ ਅੱਗੇ ਆਇਆ ਕਿ ਗੁਰੂ ਤੁਸਾਡੀ ਲਾਜ ਰੱਖਗੂ, ਇੱਕ ਥਾਂ ਤੇ ਆਏਗਾ ਰੁਜ਼ਗਾਰ ਹੋਊ। ਤਾਂ ਇੱਥੇ ਤੁਸੀਂ ਕਿਸਨ ਵਾਲੇ ਵਿੱਚ ਵੀ ਦੇਖਿਆ ਹੈ ਕਿ ਗੁਰੂ ਕਾਲ ਵੇਲੇ ਜੋ ਸ਼ ਸੀ ਨਾ, ਉਹ ਸਾਡੀ ਬੋਲੀ ਵਿੱਚ ਹੁੰਦਾ ਨਹੀਂ ਸੀ। ਔਰ ਇੱਥੇ ਇੱਕ ਸ਼ਬਦ ਹੈ, ਮੈਂ ਇੱਥੇ ਲਿਖੇ ਹੋਏ ਕੁਝ ਮੋਟੇ ਜਿਹੇ ਸ਼ਬਦ ਹਨ ਜਿਹੜੇ ਤੁਹਾਡੇ ਅੱਗੇ ਰੱਖਣੇ ਨਾ, ਜਿਵੇਂ ਸੰਗਤੀ। ਸਾਰੇ ਹੁਕਮਨਾਮਿਆਂ ਵਿੱਚ ਸੰਗਤੀ ਸ਼ਬਦ ਹੈ, ਸੰਗਤ ਨਹੀਂ ਹੈ। ਸੰਗਤ ਸ਼ਬਦ ਅੱਜ ਦੀ ਪੰਜਾਬੀ ਦਾ ਹੈ, ਗੁਰੂ ਕਾਲ ਦੀ ਜਿਹੜੀ ਪੰਜਾਬੀ ਹੈ ਉਸ ਵਿੱਚ ਸੰਗਤੀ ਨਹੀਂ ਹੈ। ਇਹ ਹੋ ਸਕਦਾ ਕਿ ਕਿਸੇ ਥਾਂ ਤੇ ਸ਼ਬਦ ਵਿੱਚ ਇਹ ਦੀਰਘ ਹੋਵੇਗਾ ਸੰਗਤੀ, ਕਿਸੇ ਥਾਂ ਤੇ ਇਹ ਲਘੂ ਹੋਵੇਗਾ ਸੰਗਤੀ। ਦੀਰਘ ਦਾ ਅਰਥ ਈ ਦਾ ਸੁਰ ਲੰਬਾ ਉਚਾਰਨਾ ਤੇ ਲਘੂ ਦਾ ਅਰਥ ਹੈ ਈ ਬੋਲਣਾ। ਇਹ ਤੇ ਹੋਇਆ ਹੈ, ਲਘੂ ਦੀਰਘ ਤੇ ਚੱਲਦਾ ਹੈ, ਪਰ ਮੈਂ ਅਜੇ ਤੱਕ ਨਹੀਂ ਦੇਖਿਆ। ਪਰ ਫਿਰ ਵੀ ਆਪਾਂ ਯਤਨ ਕਰਾਂਗੇ, ਤੁਸੀਂ ਨਾਲੋਂ ਨਾਲ, ਕਿਉਂਕਿ ਆਪਾਂ ਸਾਰੇ ਸਿੱਖ ਰਹੇ ਹਾਂ, ਮੇਰੇ ਤੋਂ ਕੋਈ ਚੀਜ਼ ਛੁੱਟੇ ਤਾਂ ਆਪ ਜੀ ਉਸ ਨੂੰ ਕਰ ਸਕਦੇ ਹੋ। ਇੱਕ ਸ਼ਬਦ ਚੀਰ ਹੈ, ਅੱਜ ਦੇ ਸਮੇਂ ਇਹ ਨਹੀਂ ਚੱਲਦਾ। ਅੱਜ ਦੇ ਸਮੇਂ ਚਿੱਠੀ ਸ਼ਬਦ ਸੀ, ਹੁਣ ਤਾਂ ਚਿੱਠੀ ਵੀ ਗੁੰਮ ਹੋ ਗਿਆ। ਹੁਣ ਉਹ ਗੀਤਾਂ ਸੰਗੀਤਾਂ 'ਚ ਥੋੜਾ ਬਾਤਾ ਰਹਿ ਗਿਆ। ਤੇ ਚਿੱਠੀ ਮੇਰੇ ਕਾਲ ਵਿੱਚ ਚਿੱਠੀ ਸ਼ਬਦ ਸੀ, ਪਰ ਗੁਰੂ ਕਾਲ ਵਿੱਚ ਇਹਦਾ ਰੂਪ ਚਿੱਠੀ ਠ ਨਹੀਂ ਸੀ, ਉਸ ਕਾਲ ਵਿੱਚ ਰ ਸੀ। ਗੁਰਬਾਣੀ ਵਿੱਚ ਵੀ ਜਿਹਾ ਚੀਰੀ ਚੀਰੀ ਸ਼ਬਦ ਹੈ, ਔਰ ਇੱਥੇ ਚੀਰ ਲਿਖਿਆ ਹੋਇਆ, ਕਿਉਂਕਿ ਜਿਵੇਂ ਮੈਂ ਆਪ ਜੀ ਨੂੰ ਦੱਸਿਆ ਕਿ ਕਈ ਵਾਰੀ ਲਿਖਾਰੀ ਕਿਸੇ ਗੱਲ ਨੂੰ ਸੰਖੇਪ ਲਿਖ ਦਿੰਦਾ ਹੈ, ਪਰ ਸ਼ਬਦ ਚੀਰ ਕਹਿ ਲਓ ਜਾਂ ਚੀਰੀ ਕਹਿ ਲਓ, ਪਰ ਉਸ ਕਾਲ ਵਿੱਚ ਚਿੱਠੀ ਸ਼ਬਦ ਜਿਹੜਾ ਸੀ ਉਹ ਨਹੀਂ ਸੀ। ਅੱਗੇ ਇੱਕ ਸ਼ਬਦ ਮੈਂ ਇੱਥੇ ਲਿਖਿਆ ਹੋਇਆ ਸੱਜੇ ਪਾਸੇ, ਹਕੀਕਤੀ। ਜੋ ਹਕੀਕਤੀ ਸ਼ਬਦ ਹੈ, ਹਕੀਕਤੀ, ਤੀ ਲਘੂ ਹੈ, ਹਕੀਕਤੀ। ਉਸ ਤੋਂ ਅੱਗੇ ਇੱਕ ਸ਼ਬਦ ਹੈ ਸਰਬੱਤੀ। ਸਰਬੱਤ ਨਹੀਂ ਹੈ, ਇਹ ਹਕੀਕਤ ਤੇ ਸਰਬੱਤ ਅੱਜ ਦੀ ਪੰਜਾਬੀ ਹੈ। ਅੱਜ ਦੀ ਪੰਜਾਬੀ ਵਿੱਚ ਇਹ ਸ਼ੁੱਧ ਹੈ, ਸਹੀ ਹੈ, ਪਰ ਗੁਰਬਾਣੀ ਕਾਲ ਵਿੱਚ, ਗੁਰੂ ਕਾਲ ਸ਼ਬਦ ਕਹਿ ਲਓ, ਗੁਰੂ ਕਾਲ ਜ਼ਿਆਦਾ ਸਾਰਥਕ ਲੱਗਦਾ ਹੈ ਬੋਲੀ ਵਾਸਤੇ, ਤੇ ਗੁਰੂ ਕਾਲ ਵਿੱਚ ਇਹ ਸਰਬੱਤੀ ਸ਼ਬਦ ਸੀ। ਉਸ ਤੋਂ ਬਾਅਦ ਅੱਗੇ ਇੱਕ ਸ਼ਬਦ ਲਿਖਿਆ ਹੈ ਦਾਸ ਨੇ ਸੱਜੇ ਪਾਸੇ, ਉਪਰੀ। ਆ ਦੇਖੋ, ਉ ਪ
ਤੇ ਰੀ ਜੋ ਸ਼ਬਦ ਦਾ ਅੰਤਲਾ ਬੋਲ ਹੈ ਉਹ ਇਧਰ ਖੱਬੇ ਪਾਸੇ ਆ ਗਿਆ। ਇਹ 22 ਦੇ ਉੱਤੋਂ ਆਰੰਭ ਹੁੰਦੀ ਤੁਕ ਤੋਂ ਤੇ 23 ਦੇ ਵਿੱਚ ਇੱਥੇ ਆਇਆ। ਔਰ ਉੱਪਰੀ ਸ਼ਬਦ ਐਸਾ ਹੀ ਇਸੇ ਰੂਪ ਵਿੱਚ 47 ਵਾਰ ਗੁਰਬਾਣੀ ਵਿੱਚ ਆਇਆ ਹੈ। ਔਰ ਇਹ ਦੱਸਦਾ ਹੈ ਉਸ ਕਾਲ ਦੀ ਬੋਲੀ ਵਿੱਚ ਉੱਪਰੀ ਸ਼ਬਦ ਸੀ, ਅੱਜ ਦੀ ਬੋਲੀ ਵਿੱਚ ਉੱਪਰ ਹੈ। ਈ ਜਿਹੜਾ ਸੀ ਰੀ ਰ ਹੋ ਗਿਆ ਅੱਜ ਦੀ ਬੋਲੀ ਵਿੱਚ। ਅੱਗੇ ਇੱਕ ਸ਼ਬਦ ਲਿਖਿਆ ਦਾਸ ਨੇ, ਰੁਜ਼ਗਾਰੂ। ਆ ਸੱਜੇ ਪਾਸੇ ਲਿਖਿਆ ਹੋਇਆ ਹੈ ਰੁਜ਼ਗਾਰੂ। ਉਸ ਕਾਲ ਵਿੱਚ ਜ਼ ਸੰਘਰਸ਼ੀ ਨਹੀਂ, ਸੰਘਰਸ਼ੀ ਨਹੀਂ ਇਹਨੂੰ ਕਹਿੰਦੇ, ਇਹਨੂੰ ਆਪਾਂ ਕੁਝ ਹੋਰ ਨਾਮ ਦਿੱਤਾ ਹੋਇਆ ਸਨਿਕਟੀ। ਸੰਘਰਸ਼ੀ ਵਿਆਕਰਨ ਚ ਕਰਾਂਗੇ ਉਹ ਕਿਸ ਨੂੰ ਆਖਦੇ ਹਾਂ, ਸਨਿਕਟੀ ਕਿਸ ਨੂੰ ਆਖਦੇ ਹਾਂ, ਇਹ ਵੀ ਉੱਥੇ ਕਰਾਂਗੇ। ਪਰ ਉਸ ਕਾਲ ਵਿੱਚ ਰੁਜ਼ਗਾਰ ਜ ਸੀ, ਜ਼ ਨਹੀਂ ਸੀ ਬੋਲੀ ਵਿੱਚ ਸਾਡੀ ਵਿੱਚ। ਇਹ ਮੈਂ ਸਾਰੇ ਦੇਖਿਆ ਹੋਇਆ। ਰੁਜ਼ਗਾਰੂ। ਆ ਵੇਖੋ ਤੁਸੀਂ ਦੇਖਿਓ, ਸੰਗਤੀ ਸ਼ਬਦ ਦੁਬਾਰਾ ਆਇਆ, ਸੰਗਤੀ। 17-24 ਵਿੱਚ ਸੰਗਤੀ ਅਤੇ 17-16 ਵਿੱਚ। ਦੋਹਾਂ ਚ ਤੁਸੀਂ ਦੇਖਣਾ ਸੰਗਤੀ ਤੇ ਇਹ ਹੋ ਗਿਆ ਸੰਗਤੀ। ਉਚਾਰਨ ਵਿੱਚ ਕਿਤਨਾ ਕੋਈ ਭੇਦ ਹੋਇਆ। ਇਸ ਸ਼ਬਦ ਦੇ 3 ਅੰਗ ਹਨ, ਸ ਗ ਤੀ। 3 ਨਾ ਕਹੋ 4 ਹੋ ਗਏ, ਸੰਗਤੀ 4 ਬੋਲ ਹੋ ਗਏ। ਜੋ ਅੰਤਲਾ ਬੋਲ ਹੈ ਉੱਥੇ ਦੀਰਘ ਹੈ, ਇੱਥੇ ਲਘੂ ਹੈ। ਇਹ ਆਪ ਜੀ ਨੇ ਥੋੜਾ ਬਹੁਤਾ ਕਰ ਸਕੋ ਤਾਂ ਇਵੇਂ ਵਿਚਾਰ ਕਰੀ ਰੱਖਣਾ। ਅੱਗੇ ਇੱਕ ਹੋਰ ਸ਼ਬਦ ਦਾਸ ਨੇ ਲਿਖਿਆ ਹੋਇਆ ਹੈ ਖੱਬੇ ਪਾਸੇ, ਵੇਚੀ। ਇੱਥੇ ਜਿਵੇਂ ਮੈਂ ਆਪ ਜੀ ਦੱਸਿਆ ਕਿ ਜੋ ਸਤਿਗੁਰੂ ਜੀ ਦਾ ਲਖਾਰੀ ਸੀ, ਜਾਂ ਕਿਉਂਕਿ ਮੈਨੂੰ ਗੁਰੂ ਜੀ ਦੇ ਕਿਸੇ ਲਖਾਰੀ ਦੀ ਲਿਖਤ ਜੋ ਮੈਨੂੰ ਲੱਗਾ ਕਿ ਗੁਰੂ ਜੀ ਵੱਲੋਂ, ਜਿਵੇਂ ਅੱਗੇ ਵੀ ਗੁਰੂ ਜੀ ਵੱਲੋਂ ਹੁਕਮਨਾਮੇ ਸੰਗਤਾਂ ਲਖਾਰੀ ਲਿਖਦੇ ਹਨ, ਤਾਂ ਜੋ ਮਰਜ਼ੀ ਸ਼ਬਦ ਕਹਿ ਲਓ, ਮੈਂ ਆਪਣੀ ਕੋਈ ਵੀ ਕਮਜ਼ੋਰੀ ਗਲਤੀ ਹੋਵੇ ਉਹਨੂੰ ਸੁਧਾਰਨ ਨੂੰ ਸਦਾ ਹੀ ਤਿਆਰ ਹੁੰਦਾ ਵਾਂ। ਤਾਂ ਜੋ ਗੁਰਬਾਣੀ 'ਚ ਸ਼ਬਦ ਹੈ ਵੇਚੀ, ਦਾਸ ਤੇ ਸਿਹਾਰੀ ਨੀਲੇ 'ਚ ਲਿਖੀ ਹੈ, ਬਾਕੀ ਸ਼ਬਦ ਕਾਲੇ ਵਿੱਚ ਲਿਖਿਆ ਹੈ, ਕਿਉਂਕਿ ਇੱਥੇ ਇਹ ਜੋ ਈ ਦਾ ਸੁਰ ਚਿੰਨ੍ਹ ਸੀ ਨਹੀਂ ਲਾਇਆ ਹੋਇਆ। ਪਰ ਜਿਹੜਾ ਚ ਨੂੰ ਈ ਸੁਰ ਲੱਗਾ ਹੋਇਆ ਚੀ, ਇਹ ਬੜਾ ਵਿਸ਼ੇਸ਼ ਹੈ, ਵੇਚੀ। ਔਰ ਗੁਰਬਾਣੀ ਵਿੱਚ ਵੇਚੀ ਸ਼ਬਦ ਹੈ। ਜਿਵੇਂ ਮੈਂ ਬਾਰ-ਬਾਰ ਕਹਿ ਰਿਹਾ, ਅੱਜ ਦੀ ਬੋਲੀ ਗੁਰੂ ਹਰਗੋਬਿੰਦ ਜੀ ਤੋਂ 400-500 ਬਰਖ ਪਿੱਛੇ ਦੀ ਹੈ। ਹੁਣ ਜਿਹੜੇ ਸਾਡੇ ਉਹ ਈ ਸੰਸਾਰੇ ਉਹ ਵਿੱਚੋਂ ਸਾਡੇ ਉਚਾਰਨ ਵਿੱਚੋਂ ਨਿਕਲ ਗਏ। ਸੰਗਤੀ ਸੰਗਤ ਹੋ ਗਿਆ, ਵੇਚੀ ਵਿੱਚ ਹੋ ਗਿਆ, ਹਕੀਕਤੀ ਹਕੀਕਤ ਹੋ ਗਿਆ, ਸਰਬਾਤੀ ਸਰਬੱਤ ਹੋ ਗਿਆ। ਤਾਂ ਇਹ ਆਪ ਜੀ ਨੇ ਰੱਖੀ ਰੱਖਣਾ ਜੀ। ਇਕਤੂ। ਔਰ ਗੁਰਬਾਣੀ ਵਿੱਚ ਇਹ ਸ਼ਬਦ 28 ਵਾਰ ਹੈ, ਜਿਹੜੇ ਮੈਂ 28 47ਵੇਂ ਬ੍ਰੈਕਟਾਂ 'ਚ ਲਿਖੇ ਹੋਏ ਹਨ। ਇੱਕ ਮੈਂ ਯਤਨ ਕੀਤਾ ਦੇਖਣ ਦਾ ਕਿ ਇਹ ਹੁਕਮਨਾਮੇ ਵਿੱਚ ਜਿਹੜੇ ਸ਼ਬਦਾਵਲੀ ਹੈ ਹੁਕਮਨਾਮੇ ਦੀ, ਉਸ ਕਾਲ ਦੀ ਪੰਜਾਬੀ ਬੋਲੀ ਤੇ ਗੁਰਬਾਣੀ ਦੇ ਨਾਲ ਕਿੰਨਾ ਕੁ ਇਹ ਆਪਸ ਵਿੱਚ ਇਹਨਾਂ ਦਾ ਸੁਮੇਲ ਹੈ। ਇੱਕ ਤੂ 28 ਵਾਰ ਆਇਆ ਹੈ। ਇੱਕ ਸ਼ਬਦ ਹੈ ਹੇਈ। ਹੇਈ ਜਿਹੜੇ ਅੱਜ ਦੀ ਬੋਲੀ 'ਚ ਹੈ, ਆਪਾਂ ਕਹਿ ਸਕਦੇ ਹਾਂ ਗੁਰੂ ਦੀਨਾ ਦੇ ਹੁੰਦੇ ਹੇਈ, ਗੁਰੂ ਦੀਨਾ ਦੇ ਹੁੰਦਾ ਹੈ। ਸਭ ਮੇਰੇ ਪੁੱਤ ਹੈ ਨੀ, ਇਹ ਹੈ ਨੀ ਗੁਰਬਾਣੀ ਵਿੱਚ ਵੀ ਥੋੜਾ ਜਿਹਾ ਆਇਆ ਹੈ। ਔਰ ਜੋ ਨੀ ਅੰਤਲਾ ਬੋਲ ਹੈ ਇਹ ਬਹੁਵਾਚੀ ਹੈ, ਔਰ ਗੁਰਬਾਣੀ ਵਿੱਚ ਵੀ ਐਸਾ ਹੀ ਹੈ। ਗਾਵਨੀ, ਉੱਥੇ ਵੀ ਬਹੁਵਚਨ ਹੈ ਨਹੀਂ। ਔਰ ਇਸੇ ਤੋਂ ਹੀ ਅੱਜ ਦੀ ਮੇਰੀ ਬੋਲੀ 'ਚ ਕੀ ਲਿਖਿਆ ਜਾਏਗਾ, ਹਨ, ਕਿਉਂਕਿ ਹੈ ਵੀ ਚਲਾ ਗਿਆ ਬੋਲੀ ਵਿੱਚੋਂ ਤੇ ਨੀ ਦਾ ਨ ਹੋ ਗਿਆ, ਹਾਨੀ। ਉਸ ਤੋਂ ਅੱਗੇ ਹੈ ਇੱਕ ਸ਼ਬਦ ਉਹ ਦਾਸ ਨੇ ਲਿਖਿਆ ਹੋਇਆ ਹੈ,
ਇਹ ਵਿਆਕਰਨ ਨਾਲ ਜੁੜਿਆ ਹੋਇਆ, ਕਿਉਂਕਿ ਜਿਹੜੀਆਂ ਗੱਲਾਂ ਮੈਨੂੰ ਵਿਸ਼ੇਸ਼ ਲੱਗੀਆਂ ਉਹ ਦਾਸ ਨੇ ਲਿਖੀਆਂ ਹਨ। ਉਹ ਸਭ ਕਾਰੀ ਭੇਜਨੀ, ਕਿਉਂਕਿ ਗੁਰਬਾਣੀ ਵਿਆਕਰਨ ਦੇ ਅੰਦਰ ਉਹ ਜਿਹੜਾ ਸ਼ਬਦ ਹੈ ਨਾ, ਉਹ ਤੇ ਉਹ ਜਾਂ ਉਹੂ, ਇਹ ਭੇਦ ਰੱਖਦੇ ਹਨ। ਉਹ ਸ਼ਬਦ ਉਹਦੇ ਵਾਸਤੇ ਹੈ ਜੋ ਇਸਤਰੀਵਾਚੀ ਹੈ, ਕਿਉਂਕਿ ਇੱਥੇ ਕਾਰ ਸ਼ਬਦ ਜਿਹੜਾ ਹੈ ਨਾ ਉਹ ਇਸਤਰੀਵਾਚੀ ਹੈ। ਉਹ ਸਭ ਕਾਰ, ਉਹ ਸਾਰੀ ਕਾਰ, ਕਰ ਭੇਜਨੀ, आपका भेजनी भी, भेजना नहीं लिखा, भेजनी लिखा है, ये स्त्रीवाची है। और एक शब्द कारी, कारी, और ਇਹੋ ਹੀ ਕਾਰੀ, ਹਾਂ ਥੱਲੇ ਸੱਚ ਮੈਂ ਕਿਹਾ ਮੇਰੇ ਕੋਲ ਕਿਵੇਂ ਛੁੱਟ ਗਿਆ, ਆ ਥੱਲੇ ਕਾਰੀ ਸ਼ਬਦ ਜਿਹੜਾ ਹੈ ਗੁਰਬਾਣੀ ਵਿੱਚ 162 ਵਾਰ ਆਇਆ ਹੈ, ਜਿਸ ਦਾ ਅਰਥ ਹੈ ਕਰਕੇ। ਉਸ ਕਾਲ ਵਿੱਚ ਜਿਹੜਾ ਕੇ ਆਪਾਂ ਵੱਖਰਾ ਬੋਲ ਦਿੰਦੇ ਹਾਂ, ਉਸ ਕਾਲ ਵਿੱਚ ਕੇ ਦਾ ਅਰਥ ਕਾਰੀ ਤੋਂ ਜਿਹੜਾ ਹੈ ਉਹ ਲਿਆ ਜਾਂਦਾ ਸੀ। ਤਾਂ ਅੱਗੇ ਸ਼ਬਦਾਵਲੀ ਵਿੱਚ ਇੱਕ ਦਾਸ ਨੇ 10 ਸ਼ਬਦ ਲਿਖਿਆ ਹੈ ਤੇ ਨਾਲ ਹੀ ਅੱਗੇ 10 ਵੀ ਆਇਆ ਹੈ। ਭਾਵ ਕਿ ਉਸ ਕਾਲ ਵਿੱਚ 10 ਤੇ 10 ਦੋ ਸ਼ਬਦ ਪ੍ਰਚਲਿਤ ਸਨ, ਔਰ ਅੱਜ ਵੀ ਅਸੀਂ ਤਾਂ ਜ਼ਿਆਦਾ 10 ਸ਼ਬਦ ਵਰਤਦੇ ਹਾਂ, ਤੇ ਕੁਝ ਅੰਮ੍ਰਿਤਸਰ ਦੇ ਮੇਰੇ ਆਪਣੇ ਕੁਝ ਨਜ਼ਦੀਕੀ ਹਨ ਜਿਹੜੇ 10 ਦੀ ਥਾਂ ਤੇ 10 ਸ਼ਬਦ ਵੀ ਉਹ ਵਰਤਦੇ ਸਨ, ਤੇ ਉਹ ਵੀ ਹੈ। ਉਸ ਤੋਂ ਬਾਅਦ ਇੱਕ ਸ਼ਬਦ ਦਾਸ ਨੇ ਲਿਖਿਆ ਹੋਇਆ ਵਿਆਕਰਨ ਨਾਲ ਜੁੜਿਆ, ਜਿੱਥੋਂ। ਇੱਥੇ ਨਾ ਸ਼ਬਦ ਹੈ ਜਿੱਥੋਂ, ਕਿੱਥੋਂ ਸ਼ਬਦ, ਇਹ ਭਾਵੇਂ ਇੱਥੇ ਊ ਨਹੀਂ ਲਿਖਿਆ, ਪਰ ਇਹ ਉਸ ਕਾਲ ਵਿੱਚ ਲਿਖਿਆ ਹੈ ਜਦੋਂ ਪੰਜਾਬੀ ਬੋਲੀ ਵਿੱਚ ਜਿੱਥੋਂ ਸ਼ਬਦ ਸੀ, ਤੇ ਉਹਦਾ ਜਿੱਥ ਨਹੀਂ ਸ਼ਬਦ ਹੁੰਦਾ, ਜਿੱਥੋਂ। ਇੱਥੇ ਜਿਵੇਂ ਮੈਂ ਪਿੱਛੇ ਵੀ ਵਿੱਚ ਬਾਰੇ ਲਿਖਿਆ ਕਿ ਵਿੱਚ ਦੇ ਉਹ ਸਿਹਾਰੀ ਨਹੀਂ ਲਿਖੀ, ਪਰ ਉਚਾਰਨੇ ਦੇ ਬਿਨਾਂ ਉਸ ਕਾਲ ਵਿੱਚ ਹੋ ਨਹੀਂ ਸਕਦਾ, ਕਿਉਂਕਿ ਇਹ ਉਸ ਕਾਲ ਦੀ ਬੋਲੀ ਹੈ। ਉਸ ਤੋਂ ਅੱਗੇ ਇੱਕ ਸ਼ਬਦ ਹੈ ਹੋ ਨਹੀਂ, ਆ ਲਿਖਿਆ ਨਹੀਂ ਕਿ ਵੱਡੇ ਹੋ ਨਹੀਂ, ਪਿੱਛੇ ਵੀ ਆਪ ਜੀ ਨੂੰ ਦੱਸਿਆ ਜਿਹੜਾ ਨੀ ਹੈ ਇਹ ਉਸ ਕਾਲ ਦਾ ਜੋ ਕਿਰਿਆਵਾਚੀ ਸ਼ਬਦ ਹਨ ਉਹਨਾਂ ਵਿੱਚ ਬਹੁਵਚਨ ਹੈ। ਆ ਇੱਕ ਸ਼ਬਦ ਹੈ ਲੱਗਣੀ, ਬੋਲਣੀ, ਲੱਗਣੀ, ਲੱਗਣੀ ਦੇ ਈ ਸੁਰ ਲੱਗਾ ਹੋਇਆ, ਤੇ ਅੱਗੇ ਇੱਕ ਸ਼ਬਦ ਦਾਸ ਮੈਂ ਇੱਥੇ ਲਿਖਿਆ ਹੋਇਆ ਬਹੁਤ, ਆ ਲਿਖਿਆ ਨਾ ਜਦੋਂ ਲਿਖਿਆ ਹੋਇਆ ਭੇਜਨੇ ਬਹੁਤ ਦਮ ਪਕੜਨੀ, ਬਹੁਤ, ਇਹ ਸ਼ਬਦ ਗੁਰਬਾਣੀ ਵਿੱਚ ਵੀ ਬਹੁਤ ਹੀ ਆਇਆ ਹੈ। ਜੋ ਉਹ ਸੁਰ ਹੈ ਉਹ ਉਸ ਕਾਲ ਦੀ ਬੋਲੀ ਦਾ ਹੈ, ਤੇ ਪਕੜਨੀ ਇਹ ਵੀ ਸਾਡੀ ਜੋ ਪ੍ਰਾਚੀਨ ਪੰਜਾਬੀ ਹੈ, ਇਹ ਬਹੁਵਾਚੀ ਸ਼ਬਦ ਹੈ। ਇੱਕ ਦਾਸ ਨੇ ਤੇ ਸ਼ਬਦ ਲਿਖਿਆ ਰੁਪਏ, ਰੁਪਏ ਇਹ ਉਸ ਕਾਲ ਵਿੱਚ ਜਿਹਨੂੰ ਅੱਜ ਵੀ ਰੁਪਈਆ ਹੀ ਸਾਡੇ ਭਾਰਤ, ਪੰਜਾਬ, ਹਰਿਆਣੇ ਵਿੱਚ ਚੱਲਦਾ ਹੈ, ਭਾਰਤ ਵਿੱਚ, ਔਰ ਇਹ ਸ਼ਬਦ ਗੁਰੂ ਕਾਲ ਦਾ ਹੈ ਜੀ। ਤੇ ਜਿਹੜਾ ਬਹੁਤਾ ਸ਼ਬਦ ਹੈ ਪਗਟ, ਬਹੁਤਾ, ਲਿਖਿਆ ਨਾ ਪਗਟ ਬਹੁਤਾ, ਨਾ ਉੱਤੇ ਲਿਖਿਆ, ਖਿਮਾ ਕਰਨਾ ਜੀ, ਪਗਟ ਬਹੁਤਾ। ਜੋ ਬਹੁਤਾ ਸ਼ਬਦ ਹੈ ਹੁਣ ਦੀ ਪੰਜਾਬੀ ਵਿੱਚ ਬਹੁਤਾ ਨਹੀਂ ਰਿਹਾ, ਅੱਜ ਦੀ ਪੰਜਾਬੀ ਵਿੱਚ ਪੁੱਜਾ ਸ਼ਬਦ ਵੀ ਹੈ, ਥੋੜਾ ਜਿਹਾ ਬੋਲਦੇ ਹਾਂ, ਪਰ ਅੱਜ ਜੋ ਵਧੇਰੇ ਹੈ ਉਹ ਪਹੁੰਚਾ ਸ਼ਬਦ ਹੈ, ਪਹੁੰਚਣਾ, ਨਾਸਕੀ ਜਿਹਾ ਬੋਲਦੇ ਹਾਂ। ਤਾਂ ਇਹ ਬਹੁਤਾ ਗੁਰਬਾਣੀ ਵਿੱਚ ਇਹ ਬਹੁਤਾ ਸ਼ਬਦ ਜਿਹੜਾ ਹੈ ਇਹ 3 ਵਾਰ ਆਇਆ ਹੈ, ਤੇ ਇੱਕ ਸ਼ਬਦ ਇਹਦੇ ਨਾਲ ਜੁੜਿਆ ਵੱਖਰੇ ਬਹੁਤਿਆ ਇੱਕ ਵਾਰ ਆਇਆ ਹੈ। ਤੇ ਇਸ ਤਰ੍ਹਾਂ ਇੱਕ ਚੀਜ਼ ਜੋ ਮੈਂ ਹੁਣ ਇੱਥੇ ਅੰਤ ਵਿੱਚ ਆਪ ਜੀ ਨੂੰ ਦੱਸਦਾ ਵਾਂ, ਇਹ ਜੋ ਹੁਕਮਨਾਮੇ ਹਨ, ਕਿਸੇ ਨੂੰ ਇਹ ਬਹੁਤ ਸਾਦਾ ਜਿਹਾ ਅਧਿਅਨ ਸੁਣਨਾ ਲੱਗਦਾ ਹੋਵੇਗਾ, ਪਰ ਮੇਰੇ ਲਈ ਇਹ ਇਤਨੇ ਮਹੱਤਵਪੂਰਨ ਹਨ, ਕਿਉਂਕਿ ਮੈਨੂੰ ਕੋਈ ਐਸਾ ਗਿਆਨ ਚਾਹੀਦਾ ਸੀ ਜਿਹਦੀ ਭਾਲ ਵਿੱਚ ਮੈਂ ਪਿੱਛੇ 4-5 ਬਰਖ ਲਾ ਦਿੱਤੇ, ਕਿ ਐਸਾ ਗਿਆਨ ਹੋਵੇ ਕਿ ਜਿਸ ਗਿਆਨ ਨੂੰ ਪਾ ਕੇ ਮਨੁੱਖ ਵੱਧ ਤੋਂ ਵੱਧ ਗੁਰਬਾਣੀ ਨੂੰ ਪੜ੍ਹ ਸਕੇ, ਸਹੀ ਉਹਦੀ ਛਪਾਈ ਦੇ ਵਿੱਚ ਸਹਾਇਤਾ ਕਰ ਸਕੇ, ਅਰਥਾਂ ਵਿੱਚ ਕਰ ਸਕੇ। ਤੇ ਮੈਂ ਆਪ ਜੀ ਨੂੰ ਕੀ ਦੱਸਿਆ, ਇੱਥੇ ਇੱਕ ਸ਼ਬਦ ਹੈ
ਇੱਥੇ ਸ਼ਬਦ ਹੈ ਭੇਟ ਗੁਰੂ ਸਭੇ ਥਾਏ ਪਾਈ ਤੋ ਸਾਡਾ ਜੀਉ ਪਿੰਡ ਸਭ ਗੁਰੂ ਦਾ ਹੈ ਹੀ। ਮੈਂ ਉਸ ਬੋਲੀ ਵਿੱਚ ਜਿਵੇਂ ਸਹੀ ਬੋਲਿਆ ਜਾਵੇਗਾ ਉਵੇਂ ਬੋਲ ਰਿਹਾ, ਤੋ ਸਾਡਾ ਜੀਉ ਪਿੰਡ ਸਭ ਹੀ ਗੁਰੂ ਦਾ ਹੈ ਹੀ। ਮੈਂ ਇੱਥੇ ਉਵੇਂ ਹੀ ਲਿਖਿਆ ਜਿਵੇਂ ਇੱਥੇ ਉਂਝ ਲਿਖਿਆ ਹੋਇਆ ਹੈ। ਜੀਉ ਜੋ ਨੂੰ ਮੈਂ ਲੱਗ ਨਹੀਂ ਲਾਈ ਜਿਵੇਂ ਇੱਥੇ ਨਹੀਂ ਲੱਗੀ, ਪਰ ਮੈਂ ਉਸ ਵਿਆਕਰਨ ਅਨੁਸਾਰ ਬੋਲਿਆ। ਪੇਂਡੂ ਜਿਹੜੀ ਮਹੱਤਵਪੂਰਨ ਗੱਲ ਜਿਹੜੀ ਮੈਨੂੰ ਇਸ ਇੰਨੀ ਕੁ ਤੁਕ ਵਿੱਚ ਪਤਾ ਕੀ ਮਿਲੀ, ਮੇਰੇ ਅੰਦਰ ਇੱਕ ਦੁਬਿਧਾ ਸੀ ਜਦੋਂ ਆਪਾਂ ਕਹਿੰਦੇ ਸੀ ਕਿ ਜੀਓ ਪਿੰਡ ਸਭ ਤੇਰਾ, ਉਹ ਜੋ ਪੜ੍ਹਦੇ ਆ ਆਪਾਂ ਅਰਦਾਸ ਆਰੰਭ ਹੋਣ ਤੋਂ ਵੇਲੇ ਤੂੰ ਠਾਕ ਤੂੰ ਪੈ ਅਰਦਾਸ, ਤਾਂ ਉੱਥੇ ਮੇਰੇ ਅੰਦਰ ਇੱਕ ਦੁਬਿਧਾ ਸੀ ਕਿ ਜੀਓ ਪਿੰਡ ਸਭ ਤੇਰੀ ਰਾਸ, ਵੀ ਸਭ ਸ਼ਬਦ ਤੇਰੀ ਵਾਲੇ ਪਾਸੇ ਜਾਵੇਗਾ ਕਿ ਪਿੰਡ ਵਾਲੇ ਪਾਸੇ ਰਹੇਗਾ। ਉਹ ਮੇਰੇ ਅੰਦਰ ਬੜੇ ਸਮੇਂ ਤੋਂ ਦੁਬਿਧਾ ਸੀ। ਤਾਂ ਇੱਥੇ ਮੈਂ ਅੱਜ ਵੀ ਦੇਖੋ ਜੀ ਉਹ ਗੁਰਬਾਣੀ ਦੀ ਤੁਕ ਜੀਉ ਪਿੰਡੂ ਸਭ, ਇਹ ਗੁਰਬਾਣੀ ਲਿਖਿਆ ਹੋਇਆ ਹੈ। ਕਿਉਂਕਿ ਉਸ ਕਾਲ ਵਿੱਚ ਇਹ ਇੱਕ ਵਾਕ ਅੰਸ਼ ਜਾਂ ਕਹਿ ਲਓ ਕਿ ਸੰਖੇਪ ਵਾਕ ਬੋਲਿਆ ਜਾਂਦਾ ਸੀ ਕਿ ਤੇਰਾ ਜੀਓ ਪਿੰਡ ਸਾਰਾ ਗੁਰੂ ਦਾ ਹੈ। ਅੱਜ ਦੀ ਬੋਲੀ ਚ ਬੋਲਾਂ, ਤੇਰਾ ਜੀਓ ਪਿੰਡ ਸਾਰਾ ਗੁਰੂ ਦਾ ਹੈ, ਜੀਓ ਪਿੰਡ ਸਭ ਗੁਰੂ ਦਾ ਹੈ। ਤਾਂ ਉਹਨੇ ਮੇਰੇ ਅੰਦਰ ਇੱਕ ਦੁਬਿਧਾ ਸੀ ਉਹ ਦੂਰ ਕੀਤੀ। ਇਸ ਤਰ੍ਹਾਂ ਮੈਨੂੰ ਇੱਕ ਕੀ ਕਹਿੰਦੇ ਨੇ ਕਿ ਗਿਆਨ ਪ੍ਰਾਪਤ ਹੋਇਆ। ਤਾਂ ਹੁਣ ਇਸ ਤੋਂ ਅੱਗੇ ਇੱਕ ਹੋਰ ਅੱਜ ਆਪਾਂ ਅੰਤਲੀ ਇਸ ਤੇ ਕਰਾਂਗੇ। ਉਹ ਇਹ ਆਪਾਂ ਹੁਣ ਦੇਖਣਾ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਵੇਲੇ ਜੋ ਪੰਜਾਬੀ ਸੀ, ਜੋ ਸਾਡੀ ਪੰਜਾਬੀ ਬੋਲੀ ਸੀ, ਤੇ ਪੰਜਾਬੀ ਬੋਲੀ ਨੂੰ ਲਿਖਣ ਵਾਲੇ ਜਿਹੜੇ ਅੱਖਰ ਹਨ ਜਿਨ੍ਹਾਂ ਨੂੰ ਅੱਜ ਗੁਰਮੁਖੀ ਲਿਪੀ ਆਖਿਆ ਜਾਂਦਾ ਹੈ, ਉਹ ਗੁਰਮੁਖੀ ਲਿਪੀ ਕਿੱਥੇ ਤੱਕ ਸੀ। ਤਾਂ ਮੈਂ ਆਪ ਜੀ ਨੂੰ ਫਿਰ ਦੱਸਦਾ, ਜੇਕਰ ਆਪਾਂ ਪੰਜਾਬੀ ਬੋਲੀ ਦਾ ਵਿਕਾਸ ਤੇ ਗੁਰਮੁਖੀ ਲਿਪੀ ਦਾ ਵਿਕਾਸ, ਮੇਰੇ ਮੁਖ ਚੋਂ ਗੁਰਮੁਖੀ ਨਿਕਲਦਾ ਹੈ ਪਰ ਮੈਂ ਇਸ ਨੂੰ ਪੰਜਾਬੀ ਲਿਪੀ ਆਖਣਾ ਚਾਹੁੰਦਾ ਹਾਂ। ਪੰਜਾਬੀ ਬੋਲੀ ਦਾ ਵਿਕਾਸ ਤੇ ਪੰਜਾਬੀ ਲਿਪੀ ਦਾ ਵਿਕਾਸ ਜੇ ਕੋਈ ਸੱਜਣ ਕੋਈ 2-4 ਹਜ਼ਾਰ ਘੰਟਾ ਲਾ ਕੇ ਸਿੱਖ ਲਵੇ ਤਾਂ ਫਿਰ ਉਹ ਇਸ ਗੱਲ ਦੇ ਯੋਗ ਹੋ ਜਾਏਗਾ ਕਿ ਅਸੀਂ ਹਰ ਲਿਖਤ ਨੂੰ, ਹੱਥ ਲਿਖਤ ਨੂੰ ਸਮਝ ਸਕਦੇ ਹਾਂ ਕਿ ਕਿਹੜੀ ਲਿਖਤ ਕਿਸ ਕਾਲ ਦੀ ਹੈ। ਤਾਂ ਇਸ ਦੀ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਤੇ ਇਸ ਤੋਂ ਅੱਗੇ ਆਪਾਂ ਇਸੇ ਹੀ ਹੁਕਮਨਾਮਿਆਂ ਦਾ ਅੱਜ ਤੀਜੀ ਵਾਰ ਲੱਗੇ ਹਾਂ, ਪਰ ਉਂਝ ਆਪਾਂ ਇਹਦੇ ਉੱਤੇ ਅੱਜ ਚੌਥੀ ਰਿਕਾਰਡਿੰਗ ਜਿਹੜੀ ਹੈ ਉਹ ਵਿਚਾਰ ਜਿਹੜੀ ਹੈ ਉਹ ਅੱਜ ਕਰਾਂਗੇ। ਇੱਥੇ ਸਮਾਪਤੀ ਹੈ ਜੀ।